ਭੁਗਤਾ ਤੂੰ ਹੈ, ਤੂੰ ਪ੍ਰਾਣ ਆਧਾਰਾ। ਕਿਰਤ ਪਿਆ ਅਦ ਉਰਦੀ, ਬਿਨ ਗਿਆਨ ਵਿਚਾਰਾ। ਬਿਨ ਉਪਮਾ ਜਗਦੀਸ਼ ਕੀ, ਬਿਨ ਸੈਨਾ ਅੰਧਿਆਰਾ। ਜਗ ਬਿਨ ਸਤ ਹਮ ਦੇਖਿਆ, ਲੋਭੇ ਅਹੰਕਾਰਾ। ਗੁਰ ਸੇਵਾ ਪ੍ਰਭ ਪਾਇਆ, ਸਚ ਮੁਕਤ ਦੁਆਰਾ। ਨਿਜ ਘਰ ਮਹਿਲ ਅਪਾਰ ਕੋ, ਅਪਰੰਪਰ ਸੋਈ। ਬਿਨ ਸ਼ਬਦ ਥਿਰ ਕੋ ਨਹੀਂ, ਬੂਝੈ ਸੁਖ ਹੋਈ। ਕਿਆ ਲੈ ਆਇਆ ਲੈ ਜਾਏ, ਕਿਆ ਫਾਸੈ ਜਮ ਜਾਲਾ। ਡੋਲ ਬੱਧਾ ਕਸ ਜੇਵਰੀ, ਆਕਾਸ਼ ਪਤਾਲਾ। ਗੁਰਮਤਿ ਨਾਮ ਨ ਵਿਸਰੈ, ਸਹਿਜੇ ਪਤ ਪਾਈਐ। ਅੰਤਰ ਸ਼ਬਦ ਨਿਧਾਨ ਹੈ, ਮਿਲ ਆਪ ਗਵਾਈਐ। ਨਦਰ ਕਰੇ ਪ੍ਰਭ ਆਪਣੀ, ਗੁਣ ਅੰਕ ਸਮਾਵੈ। ਨਾਨਕ ਮੇਲ ਨਾ ਚੁਕਈ, ਲਾਹਾ ਸਚ ਪਾਵੈ। ਨਦਰ ਕਰੇ ਪ੍ਰਭ ਆਪਣੀ, ਗੁਣ ਅੰਕ ਸਮਾਵੈ। ਨਾਨਕ ਮੇਲ ਨਾ ਚੁਕਈ, ਲਾਹਾ ਸਚ ਪਾਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਜ਼ਰਾ ਹਜੂਰ ਜਾਹਰਾ ਜਹੂਰ, ਸਰਬ ਕਲਾ ਭਰਪੂਰ। ਸਮਰੱਥ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ, ਸਤਿਗੁਰਾਂ ਦੀ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੀ ਸਰਬੱਤ ਸਾਧ ਸੰਗਤ ਅਤੇ ਦੇਸ਼ਾਂ ਵਿਦੇਸ਼ਾਂ ਦੇ ਅੰਦਰ ਆਪਣੇ ਆਪਣੇ ਘਰਾਂ ਵਿੱਚ ਬੈਠ ਕਰਕੇ ਪਾਵਨ ਅਸਥਾਨ ਗੁਰਦੁਆਰਾ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀ, ਫਤਿਹ ਨਗਰ ਨਵੀਂ ਦਿੱਲੀ ਤੋਂ ਫਤਿਹ ਚੈਨਲ ਦੁਆਰਾ ਸਿੱਧੇ ਪ੍ਰਸਾਰਣ ਦੇ ਰਾਹੀਂ ਪਾਵਨ ਬਾਣੀ ਆਸਾ ਦੀ ਵਾਰ ਦਾ ਕੀਰਤਨ ਸਰਵਨ ਕਰਕੇ ਵਡਭਾਗੇ ਬਣ ਰਹੇ ਗੁਰੂ ਸਵਾਰਿਓ, ਆਓ ਲੜੀਵਾਰ ਪਾਵਨ ਬਾਣੀ ਦੀ ਚੱਲ ਰਹੀ ਵਿਚਾਰ ਦੇ ਨਾਲ ਆਪਣੀਆਂ ਮਨ ਬਿਰਤੀਆਂ ਨੂੰ ਜੋੜੀਏ। ਪਾਵਨ ਸ਼ਬਦ ਜਿਸ ਦਾ ਮੂਲ ਪਾਠ ਆਪ ਜੀ ਨੇ ਸਰਵਨ ਕੀਤਾ ਹੈ, ਆਓ ਅੱਖਰੀ ਅਰਥ ਭਾਵ ਅਰਥ ਸਮਝਣ ਤੋਂ ਪਹਿਲਾਂ ਜਿੰਨੀਆਂ ਵੀ ਸੰਗਤਾਂ ਗੁਰੂ ਕੇ ਚਰਨਾਂ ਵਿੱਚ ਨਤਮਸਤਕ ਹੋ ਰਹੀਆਂ, ਸਾਰੇ ਰਸਨਾ ਪਵਿੱਤਰ ਕਰਦਿਆਂ ਸਾਰੇ ਹੀ ਜਪੋ ਸਤਿਨਾਮ ਸ੍ਰੀ ਵਾਹਿਗੁਰੂ। ਸਤਿਨਾਮ ਸ੍ਰੀ ਵਾਹਿਗੁਰੂ। ਸਾਧ ਸੰਗਤ, ਅੱਜ ਦਾ ਵਿਚਾਰ ਅਧੀਨ ਪਾਵਨ ਸ਼ਬਦ ਗੌੜੀ ਰਾਗ ਦੇ ਅੰਦਰ
ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 228 ਅਤੇ 229 ਦੇ ਉੱਪਰ ਸੁਭਾਏਮਾਨ ਹੈ। ਇਸ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਦੇ ਗੌੜੀ ਗਵਾਰੇਰੀ ਅੰਦਰ 16 ਸ਼ਬਦ ਜਿਹੜੇ ਸਨ ਉਹਨਾਂ ਦੇ ਵਿਚਾਰ ਆਪ ਜੀ ਨੇ ਸਰਵਨ ਕੀਤੀ ਹੈ। ਜਦੋਂ ਇਹਨਾਂ 16 ਸ਼ਬਦਾਂ ਦੀ ਸਮਾਪਤੀ ਹੋਈ ਤੇ ਇਹਨਾਂ ਸ਼ਬਦਾਂ ਦੀ ਸਮਾਪਤੀ ਤੋਂ ਬਾਅਦ ਇੱਕ ਵਿਸ਼ੇਸ਼ ਟੂਕ ਜਿਹੜੀ ਹੈ ਸਤਿਗੁਰੂ ਨੇ ਦਰਜ ਕੀਤੀ ਹੈ। 16 ਅਸ਼ਟਪਦੀਆਂ ਗਵਾਰੇਰੀ ਗੌੜੀ ਕੀਆਂ। ਭਾਵ ਗੌੜੀ ਗਵਾਰੇਰੀ ਦੇ ਅੰਦਰ ਜੋ 16 ਸ਼ਬਦ ਸਨ ਗੁਰੂ ਨਾਨਕ ਸਾਹਿਬ ਦੇ ਉਹ ਸੰਪੂਰਨ ਹੋ ਗਏ ਨੇ। ਅੱਜ ਗੌੜੀ ਬੈਰਾਗਣ ਜਿਹੜੀ ਹੈ ਉਹਦੀ ਆਰੰਭਤਾ ਹੋ ਰਹੀ ਹੈ, ਕਿਉਂਕਿ ਗੌੜੀ ਦੀਆਂ ਅੱਗੇ ਵੱਖ-ਵੱਖ ਕਿਸਮਾਂ ਨੇ ਰਾਗ ਦੀਆਂ, ਤੇ ਸਭ ਤੋਂ ਵੱਡਾ ਰਾਗ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੌੜੀ ਹੈ। ਸਭ ਤੋਂ ਵਧੇਰੇ ਬਾਣੀ ਇਸ ਰਾਗ ਦੇ ਵਿੱਚ ਹਜ਼ੂਰ ਨੇ ਦਰਜ ਕੀਤੀ ਹੈ। ਗੌੜੀ ਬੈਰਾਗਣ ਮਹਿਲਾ ਪਹਿਲਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਮਹਾਰਾਜ ਸਤਿਗੁਰਾਂ ਦੇ ਇਹ ਪਾਵਨ ਬਚਨ, ਇਹਨਾਂ ਪਾਵਨ ਬਚਨਾਂ ਦੇ ਅੰਦਰ ਹਜ਼ੂਰ ਕਿਰਪਾ ਕਰ ਰਹੇ ਨੇ। ਜਿਉ ਗਾਈ ਕੋ ਗੋਇਲੀ ਰੱਖੈ ਕਰ ਸਾਰਾ, ਅਹਨਸ ਪਾਲੈ ਰਾਖ ਲਹੈ ਆਤਮ ਸੁਖ ਧਾਰਾ। ਇਤ ਉਤ ਰਾਖੋ ਦੀਨ ਦਿਆਲਾ, ਤਉ ਸ਼ਰਨਾਗਤ ਨਦਰ ਨਿਹਾਲਾ। ਰਹਾਉ। ਸਤਿਗੁਰੂ ਨੇ ਪਾਵਨ ਸ਼ਬਦ ਦੇ ਅੰਦਰ ਪਰਮੇਸ਼ਰ ਦੀ ਵਡਿਆਈ ਕਰਦਿਆਂ ਹੋਇਆਂ, ਉਸਤਤ ਕਰਦਿਆਂ ਹੋਇਆਂ ਇਹ ਬਚਨ ਆਖੇ ਨੇ। ਮਹਾਰਾਜ ਕਹਿਣ ਲੱਗੇ, ਜਿਸ ਤਰ੍ਹਾਂ ਇੱਕ ਗਵਾਲਾ ਉਹਨੇ ਗਾਵਾਂ ਰੱਖੀਆਂ ਹੋਈਆਂ ਨੇ, ਤੇ ਜਿਸ ਗਵਾਲੇ ਨੇ ਗਾਵਾਂ ਰੱਖੀਆਂ ਨੇ ਉਸ ਗਵਾਲੇ ਨੂੰ ਫਿਕਰ ਹੁੰਦਾ ਏ ਕਿ ਹੁਣ ਗਾਵਾਂ ਨੂੰ ਮੱਝਾਂ ਨੂੰ ਪੱਠੇ ਪਾਉਣ ਦਾ ਸਮਾਂ ਹੈ, ਹੁਣ ਇਹਨਾਂ ਨੂੰ ਪਾਣੀ ਪਿਆਉਣ ਦਾ ਸਮਾਂ ਏ, ਹੁਣ ਇਹਨਾਂ ਨੂੰ ਧੁੱਪੇ ਬੰਨਣਾ ਏ ਜਾਂ ਹੁਣ ਇਹਨਾਂ ਨੂੰ ਛਾਵੇਂ ਬੰਨ ਕੇ ਆਉਣਾ ਹੈ। ਇਸ ਗੱਲ ਦਾ ਪੂਰਾ ਫਿਕਰ ਗਵਾਲੇ ਨੂੰ ਹੈ। ਤੇ ਮਹਾਰਾਜ ਕਹਿੰਦੇ ਉਹ ਗਵਾਲਾ ਜਿਸ ਨੇ ਗਾਵਾਂ ਰੱਖੀਆਂ ਨੇ ਉਹ ਪੂਰੇ ਫਿਕਰ ਦੇ ਨਾਲ, ਪੂਰੀ ਤਨਦੇਹੀ ਨਾਲ ਆਪਣੀ ਜ਼ਿੰਮੇਵਾਰੀ ਨਿਭਾਉਂਦਾ ਹੈ, ਭਾਵ ਗਾਵਾਂ ਨੂੰ ਸੰਭਾਲਦਾ ਹੈ। ਮਹਾਰਾਜ ਕਹਿੰਦੇ ਵਾਹਿਗੁਰੂ ਪਰਮੇਸ਼ਰ ਇਹ ਸਾਰਾ ਸੰਸਾਰ ਉਹਦਾ ਰਚਿਆ ਹੋਇਆ ਹੈ। ਕਹਿਣ ਲੱਗੇ ਉਹ ਵੀ ਬਹੁਤ ਵੱਡੀ ਜ਼ਿੰਮੇਵਾਰੀ ਦੇ ਨਾਲ ਇਸ ਸਾਰੇ ਸੰਸਾਰ ਦੀ ਸੰਭਾਲ ਕਰ ਰਿਹਾ ਹੈ। ਬਹੁਤ ਵੱਡੀ ਜ਼ਿੰਮੇਵਾਰੀ ਹੈ ਇਸ ਸਾਰੇ ਸੰਸਾਰ ਦੇ ਜੀਵਾਂ ਦੀ ਸੰਭਾਲ ਦੀ। ਜਿਉ ਗਾਈ ਕੋ ਗੋਇਲੀ ਰੱਖੈ ਕਰ ਸਾਰਾ। ਜਿਵੇਂ ਇੱਕ ਗਵਾਲਾ ਗਾਵਾਂ ਨੂੰ ਸੰਭਾਲ ਕੇ ਰੱਖਦਾ ਏ, ਉਹਨਾਂ ਨੂੰ ਸਮੇਂ ਸਿਰ ਪੱਠੇ ਪਾਉਂਦਾ, ਸਮੇਂ ਸਿਰ ਪਾਣੀ ਪਿਆਉਂਦਾ ਏ, ਸਮੇਂ ਸਿਰ ਨਵਾਉਂਦਾ ਏ, ਧਵਾਉਂਦਾ ਏ, ਇਸੇ ਪ੍ਰਕਾਰ ਅਹਨਸ ਪਾਲੈ ਰਾਖ ਲੈ ਆਤਮ ਸੁਖ ਧਾਰਾ। ਅਹਨਸ ਤੋਂ ਭਾਵ ਹੈ ਲਗਾਤਾਰ ਦਿਨੇ ਰਾਤ। ਮਹਾਰਾਜ ਕਹਿੰਦੇ ਵਾਹਿਗੁਰੂ ਪਰਮੇਸ਼ਰ ਦਿਨੇ ਰਾਤ ਲਗਾਤਾਰ ਜੀਵਾਂ ਦੀ ਸੰਭਾਲ ਕਰ ਰਿਹਾ ਹੈ। ਤੇ ਆਪਾਂ ਵੇਖਦੇ ਹਾਂ ਸ੍ਰਿਸ਼ਟੀ ਦੇ ਅੰਦਰ ਕਿੰਨੇ ਜੀਵ ਰੋਜ਼ ਪੈਦਾ ਹੁੰਦੇ ਨੇ, ਕਿੰਨੇ ਜੀਵ ਖਤਮ ਹੋ ਰਹੇ ਨੇ, ਕਿੰਨੀ ਬਨਸਪਤੀ ਨਵੀਂ ਪੈਦਾ ਹੋ ਰਹੀ ਹੈ, ਕਿੰਨੀ ਪੁਰਾਣੀ ਖਤਮ ਹੋ ਰਹੀ ਹੈ। ਜੋ ਵੀ ਜੀਵ ਪੈਦਾ ਹੋਇਆ ਹੈ ਉਹਦੇ ਰਿਜ਼ਕ ਦਾ ਪ੍ਰਬੰਧ ਕਰਨਾ, ਕਹਿੰਦੇ ਇਹ ਸਾਰੀ ਜ਼ਿੰਮੇਵਾਰੀ ਪਰਮੇਸ਼ਰ ਦੀ ਹੈ। ਤੇ ਉਹ ਬੜੀ ਬਖੂਬੀ
ਇਸ ਜ਼ਿੰਮੇਵਾਰੀ ਨੂੰ ਨਿਭਾ ਰਿਹਾ ਹੈ। ਦਿਨੇ ਰਾਤ ਸਾਰਿਆਂ ਦੀ ਪ੍ਰਤਿਪਾਲਨਾ ਕਰਦਾ ਏ। ਆਤਮ ਸੁਖ ਧਾਰਾ, ਕਹਿੰਦੇ ਸਾਰੇ ਆਤਮਿਕ ਸੁਖ ਵਾਹਿਗੁਰੂ ਨੇ ਜੀਵਾਂ ਨੂੰ ਬਖਸ਼ੇ ਹਨ। ਇਤ ਉਤ ਰੱਖੋ ਦੀਨ ਦਿਆਲਾ, ਹੇ ਦੀਨਾਂ ਤੇ ਦਇਆ ਕਰਨ ਵਾਲੇ ਵਾਹਿਗੁਰੂ ਜੀ, ਤੁਸੀਂ ਆਪ ਹੀ ਕਿਰਪਾ ਕਰਦੇ ਹੋ, ਸਭ ਜੀਵਾਂ ਦੇ ਰਾਖੇ ਵੀ ਹੋ। ਕਿਰਪਾ ਕਰੋ ਮੈਨੂੰ ਵੀ ਇਸ ਲੋਕ ਅਤੇ ਪਰਲੋਕ ਦੋਵਾਂ ਥਾਵਾਂ ਤੇ ਰੱਖਣ ਵਾਲੇ ਤੁਸੀਂ ਆਪ ਹੀ ਹੋ। ਤੁਹਾਡੇ ਤੋਂ ਬਗੈਰ ਮੇਰਾ ਰਾਖਾ ਕੋਈ ਨਹੀਂ, ਤੁਹਾਡੇ ਤੋਂ ਬਗੈਰ ਮੇਰਾ ਸਹਾਰਾ ਕੋਈ ਨਹੀਂ। ਤਉ ਸ਼ਰਨਾਗਤ ਨਦਰ ਨਿਹਾਲਾ, ਕਹਿੰਦੇ ਤੁਹਾਡੀ ਮਿਹਰ ਦੇ ਨਾਲ ਹੀ ਮੇਰੀ ਰਾਖੀ ਹੋ ਸਕਦੀ ਹੈ। ਤੁਸੀਂ ਹੀ ਲੋਕ ਤੇ ਪਰਲੋਕ ਦੋਵਾਂ ਥਾਵਾਂ ਤੇ ਮੇਰੇ ਰਾਖਿਓ। ਮੈਂ ਤੁਹਾਡੀ ਸ਼ਰਨ ਦੇ ਵਿੱਚ ਆਇਆ ਹਾਂ। ਕਿਰਪਾ ਕਰੋ ਮੇਰੇ ਉੱਪਰ ਵੀ ਆਪਣੀ ਕਿਰਪਾ ਦ੍ਰਿਸ਼ਟੀ ਮਿਹਰ ਦੀ ਨਜ਼ਰ ਬਣਾ ਕੇ ਰੱਖੋ। ਮੇਰੇ ਉੱਪਰ ਵੀ ਆਪਣੀ ਮਿਹਰ ਕਰੋ। ਤੇ ਸਾਧ ਸੰਗਤ ਜਿੰਨੀ ਵੀ ਕਾਇਨਾਤ ਹੈ, ਉਹਦੀ ਨਜ਼ਰ ਤੋਂ ਬਗੈਰ ਪੱਤਾ ਵੀ ਨਹੀਂ ਹਿਲਦਾ। ਮਹਾਰਾਜ ਕਹਿੰਦੇ ਨੇ, ਚੀਟੀ ਤੇ ਕੁੰਚਰ ਅਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਭਾਵੇਂ ਕੋਈ ਛੋਟਾ ਜਿਹਾ ਜੀਵ ਹੈ ਤੇ ਚਾਹੇ ਬਹੁਤ ਵੱਡਾ, ਕਹਿੰਦੇ ਸਾਰੇ ਉਹਦੀ ਕਿਰਪਾ ਦੁਆਰਾ ਹੀ ਚੱਲ ਰਹੇ ਆ। ਮਨੁੱਖ ਇੱਕ ਕਦਮ ਜ਼ਮੀਨ ਤੇ ਪੁੱਟਦਾ ਹੈ, ਹੋ ਸਕਦਾ ਆਪਣੀ ਮਰਜ਼ੀ ਨਾਲ ਪੁੱਟ ਲਵੇ, ਕਦਮ ਉਹਦੀ ਕਿਰਪਾ ਤੋਂ ਬਗੈਰ ਨਹੀਂ ਪੁੱਟ ਸਕਦੇ। ਉਹ ਰਹਿਮਤ ਕਰਦਾ, ਕਿਰਪਾ ਉਹਦੀ ਬਖਸ਼ਿਸ਼ ਵਰਤਦੀ ਹੈ ਤੇ ਤਾਂ ਅਸੀਂ ਚੱਲ ਪਾਉਂਦੇ ਆ। ਕੰਨਾਂ ਨਾਲ ਕੁਝ ਵੀ ਸੁਣ ਰਹੇ ਆ, ਰਸਨਾ ਨਾਲ ਬੋਲਦੇ, ਅੱਖਾਂ ਨਾਲ ਦੇਖਦੇ, ਉਹਦੀ ਕਿਰਪਾ ਤੋਂ ਬਗੈਰ ਨਹੀਂ। ਜਦੋਂ ਆਪਣੀ ਉਹ ਕਿਰਪਾ ਆਪਣੀ ਜੋਤ ਵਿੱਚੋਂ ਖਿੱਚ ਲੈਂਦਾ ਹੈ ਨਾ, ਉਦੋਂ ਮਹਾਰਾਜ ਕਹਿੰਦੇ ਇਹੋ ਹੀ ਅੱਖਾਂ ਨੇ, ਇਹੋ ਹੀ ਹੱਥ ਨੇ, ਇਹੋ ਹੀ ਕੰਨ ਨੇ, ਪੈਰ ਵੀ ਨੇ, ਪਰ ਕੋਈ ਚੀਜ਼ ਹਰਕਤ ਨਹੀਂ ਕਰਦੀ। ਉਨੀ ਦੇਰ ਸਾਰਾ ਕੁਝ ਚੱਲ ਰਿਹਾ ਸੀ ਜਿੰਨੀ ਦੇਰ ਉਹਦੀ ਕਿਰਪਾ ਵਰਤ ਰਹੀ ਸੀ। ਅਸੀਂ ਕਈ ਵਾਰ ਕਹਿੰਦੇ ਸਾਡੇ ਤੇ ਮਾਲਕ ਦੀ ਕਿਰਪਾ ਜੇ ਹੋਈ ਨਹੀਂ, ਇਹ ਸਾਡਾ ਭੁਲੇਖਾ। ਸਾਧ ਸੰਗਤ, ਉਹਦੀ ਕਿਰਪਾ ਹੋਈ ਹੈ ਤੇ ਤਾਂ ਹੀ ਮਨੁੱਖਾ ਦੇਹ ਮਿਲ ਗਈ ਹੈ। ਉਹਦੀ ਕਿਰਪਾ ਹੋਈ ਹੈ ਤੇ ਤਾਂ ਹੀ ਅਸੀਂ ਤੁਰਦੇ ਫਿਰਦੇ ਹਾਂ। ਸਾਡਾ ਸਰੀਰ ਨਵਾਂ ਤੇ ਨਰੋਆ ਹੈ। ਸਭ ਤੋਂ ਵੱਡੀ ਕਿਰਪਾ ਹੈ ਅੱਜ ਦੀ ਡੇਟ ਵਿੱਚ ਤੰਦਰੁਸਤੀ। ਮਹਾਰਾਜ ਕਹਿੰਦੇ, ਜੇ ਪ੍ਰਸਾਦ ਆਰੋਗ ਕੰਚਨ ਦੇਹੀ ਸਨੇਹੀ, ਜਿਹਦੀ ਕਿਰਪਾ ਦੇ ਨਾਲ ਤੈਨੂੰ ਸੋਹਣੇ ਵਰਗੀ ਕਾਇਆ ਮਿਲੀ, ਆਰੋਗ ਦੇਹੀ ਮਿਲੀ, ਕਹਿੰਦੇ ਉਹਦੇ ਨਾਲ ਲਿਵ ਲਾਇਆ ਕਰ, ਉਹਦਾ ਸ਼ੁਕਰ ਕਰਿਆ ਕਰ। ਇੱਥੇ ਵੀ ਮਹਾਰਾਜ ਕਹਿੰਦੇ ਨੇ, ਸਤਿਗੁਰੂ ਤੁਹਾਡੀ ਸ਼ਰਨ ਵਿੱਚ ਆਏ ਆ, ਤੁਸੀਂ ਹੀ ਕਿਰਪਾ ਕਰਨੀ ਹੈ। ਜਹਾਂ ਦੇਖਾਂ ਤਹਾਂ ਰੱਬ ਰਹੇ, ਰੱਖ ਰਾਖਣ ਹਾਰਾ। ਹੁਣ ਜਿਹੜਾ ਉਹਨੂੰ ਸਮਝ ਆ ਜਾਂਦੀ ਹੈ ਕਿ ਮੇਰਾ ਰਾਖਾ ਇੱਕ ਅਕਾਲ ਪੁਰਖ ਹੈ ਤੇ ਉਹ ਸਾਰੀਆਂ ਥਾਵਾਂ ਤੇ ਰਮਿਆ ਹੋਇਆ ਹੈ। ਜਹਾਂ ਦੇਖੋ ਤਾਂ ਰੱਬ ਰਹੇ, ਰੱਖ ਰਾਖਣ ਹਾਰਾ। ਹੇ ਸਾਰੇ ਜੀਵਾਂ ਦੇ ਰਖਵਾਲੇ ਪ੍ਰਭੂ, ਮੈਂ ਜਿੱਧਰ ਵੀ ਵੇਖਦਾ ਹਾਂ ਸਾਰੇ ਪਾਸੇ ਤੇਰੇ ਦੀਦਾਰ ਹੁੰਦੇ ਨੇ, ਤੇਰੇ ਦਰਸ਼ਨ ਹੁੰਦੇ ਨੇ। ਤੂੰ ਸਾਰੇ ਜੀਵਾਂ ਦਾ ਰਾਖਾ ਹੈ ਤੇ ਸਾਰੇ ਥਾਵਾਂ ਤੇ ਆਪ ਰਮਿਆ ਹੋਇਆ ਹੈ। ਤੂੰ ਦਾਤਾ ਭੁਗਤਾ ਤੂੰ ਹੈ, ਤੂੰ ਪ੍ਰਾਣ ਆਧਾਰਾ। ਹੇ ਮਹਾਰਾਜ, ਤੁਸੀਂ ਦਾਤੇ ਵੀ ਹੋ ਤੇ ਭੁਗਤੇ ਵੀ ਹੋ। ਦਾਤਾ ਦਾ ਭਾਵ ਦਾਤਾ ਦੇਣ ਵਾਲਾ, ਸਾਰੀਆਂ ਦਾਤਾਂ ਦੇਣ ਵਾਲਾ ਉਹ ਵਾਹਿਗੁਰੂ ਪਰਮੇਸ਼ਰ ਆਪ ਹੈ। ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ।
ਦੇਂਦੇ ਤੋਟ ਨਾ ਆਵਈ, ਅਗਣਤ ਭਰੇ ਭੰਡਾਰ। ਸਭਨਾ ਜੀਆਂ ਕਾ ਇੱਕ ਦਾਤਾ। ਕਹਿੰਦੇ ਤੁਸੀਂ ਦਾਤੇ ਵੀ ਹੋ, ਤੁਸੀਂ ਭੁਗਤੇ ਵੀ ਹੋ। ਉਹ ਦਾਤਾ ਸਾਰੇ ਜੀਵਾਂ ਵਿੱਚ ਬੈਠਾ ਸਾਰੇ ਪਦਾਰਥਾਂ ਨੂੰ ਆਪ ਭੋਗਦਾ ਵੀ ਹੈ। ਸਰਗੁਣ ਰੂਪ ਕਰਕੇ ਸਾਰਿਆਂ ਦੇ ਵਿੱਚ ਵਿਆਪਕ ਬੈਠਾ ਹੋਇਆ ਸਭ ਕੁਝ ਭੋਗ ਵੀ ਰਿਹਾ ਹੈ। ਤੂੰ ਪ੍ਰਾਣ ਆਧਾਰਾ, ਪ੍ਰਾਣਾਂ ਦਾ ਆਸਰਾ ਹੈ। ਵਾਹਿਗੁਰੂ ਤੁਸੀਂ ਸਾਡੇ ਪ੍ਰਾਣਾਂ ਦੇ ਆਸਰੇ ਹੋ। ਸਾਡੇ ਸਾਹ ਚੱਲ ਰਹੇ ਨੇ ਤੁਹਾਡੀ ਮਿਹਰ ਦੇ ਨਾਲ, ਨਹੀਂ ਤੇ ਜੀਵ ਦੀ ਆਪਣੀ ਨਹੀਂ। ਜੋਰ ਨਾ ਜੀਵਨ ਮਰਨ ਨਾ ਜੋਰ, ਜਿਉਂਦੇ ਨਹੀਂ। ਜੇ ਕੋਈ ਬੰਦਾ ਇਹ ਆਖੇ ਵੀ ਮੈਂ ਆਪਣੇ ਸਿਆਣਪ ਦੇ ਨਾਲ ਜਿਉਂਦਾ ਹਾਂ, ਇਹ ਸਾਡਾ ਭੁਲੇਖਾ ਹੋ ਸਕਦਾ। ਉਹਦੀ ਕਿਰਪਾ ਤੋਂ ਬਗੈਰ ਜੀਵਨ ਨਹੀਂ। ਤੇ ਜੇ ਅਸੀਂ ਆਖੀ ਆਪਣੀ ਸਿਆਣਪ ਨਾਲ ਜਿਉਂਦੇ ਆ ਤੇ ਫਿਰ ਤੇ ਬੰਦਾ ਮਰੇ ਹੀ ਨਾ। ਬੜੇ ਬੜੇ ਸਿਆਣੇ ਲੋਕ ਬੈਠੇ ਨੇ, ਫਿਰ ਤੇ ਬੰਦੇ ਦੀ ਮੌਤ ਹੀ ਨਾ ਹੋਵੇ ਜੇ ਆਪਣੀ ਸਿਆਣਪ ਨਾਲ ਬੰਦਾ ਜਿਉਂਦਾ ਹੋਵੇ ਤਾਂ। ਸਾਡਾ ਜੀਵਨ ਉਹਦੀ ਕਿਰਪਾ ਨਾਲ। ਹੇ ਗੁਰੂ ਤੂੰ ਸਾਡੇ ਪ੍ਰਾਣਾਂ ਦਾ ਆਸਰਾ ਹੈ। ਤੇ ਸੱਚ ਜਾਣਿਓ, ਜਦੋਂ ਮਨੁੱਖ ਸੌਂ ਜਾਂਦਾ ਹੈ ਨਾ, ਜਿਹੜੀ ਨੀਂਦ ਹੈ ਇਹ ਵੀ ਮੌਤ ਦੇ ਸਮਾਨ ਹੈ। ਸੁੱਤੇ ਪਏ ਬੰਦੇ ਨੂੰ ਕੋਈ ਪਤਾ ਨਹੀਂ ਵੀ ਉਹਦੇ ਨੇੜੇ ਕੀ ਹੋ ਰਿਹਾ, ਉਹਨੂੰ ਕਿਸੇ ਗੱਲ ਦੀ ਖਬਰ ਨਹੀਂ ਹੁੰਦੀ। ਸਾਰਾ ਸਰੀਰ ਜਿਹੜਾ ਆਰਾਮ ਦੀ ਹਾਲਤ ਵਿੱਚ ਪਿਆ ਹੋਇਆ ਹੈ, ਪਰ ਉਸ ਵੇਲੇ ਵੀ ਪ੍ਰਾਣਾਂ ਦਾ ਆਸਰਾ ਵਾਹਿਗੁਰੂ ਸਾਡਾ ਧਿਆਨ ਰੱਖਦਾ। ਸਾਡਾ ਦਿਲ ਜਿਹੜਾ ਉਦੋਂ ਵੀ ਚੱਲ ਰਿਹਾ ਹੁੰਦਾ ਹੈ। ਭਾਵੇਂ ਦਿਮਾਗ ਸਾਡਾ ਸੌਂ ਗਿਆ, ਬਾਕੀ ਇੰਦਰੇ ਸਾਰੇ ਸੁੱਤੇ ਹੋਏ ਨੇ, ਪਰ ਜਿਹੜਾ ਦਿਲ ਹੈ ਜਿਸ ਦਿਨ ਤੋਂ ਸਾਡਾ ਜਨਮ ਹੋਇਆ ਉਸ ਦਿਨ ਤੋਂ ਹਰਕਤ ਵਿੱਚ ਹੋ ਗਿਆ। ਜਿਸ ਦਿਨ ਤੋਂ ਮਾਤਾ ਦੇ ਅਸੀਂ ਉਦਰ ਵਿੱਚ ਆਏ ਆ, ਉਸ ਦਿਨ ਤੋਂ ਦਿਲ ਨੇ ਆਪਣਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਤੇ ਆਖਰੀ ਸਾਹ ਤੱਕ ਉਹ ਕੰਟੀਨਿਊ ਚੱਲੀ ਜਾਂਦਾ ਹੈ, ਸੌਂਦਾ ਨਹੀਂ। ਸਾਡੇ ਫੇਫੜੇ ਸਾਧ ਸੰਗਤ ਕੰਮ ਕਰੀ ਜਾਂਦੇ ਨੇ, ਸਾਹ ਲਾਈ ਜਾਂਦੇ, ਉਹਦੇ ਵਿੱਚੋਂ ਆਕਸੀਜਨ ਸੋਖਦੇ ਨੇ, ਕਾਰਬਨ ਡਾਈਆਕਸਾਈਡ ਬਾਹਰ ਕੱਢ ਦਿੰਦੇ ਨੇ। ਇਹ ਸਾਰਾ ਕੁਝ ਆਪਣੇ ਆਪ ਹੀ ਚੱਲੀ ਜਾਂਦਾ ਹੈ। ਤੇ ਕੋਈ ਤਾਂ ਚਲਾਉਣ ਵਾਲਾ ਹੋਏਗਾ ਨਾ। ਕਹਿੰਦੇ ਉਹ ਵਾਹਿਗੁਰੂ ਆਪ ਹੀ ਹੈ। ਉਹਦੇ ਹੁਕਮ ਦੇ ਨਾਲ ਇਹ ਸਾਰੀ ਖੇਡ ਵਰਤ ਰਹੀ ਹੈ। ਤੂੰ ਦਾਤਾ ਭੁਗਤਾ ਤੂੰ ਹੈ, ਤੂੰ ਪ੍ਰਾਣ ਆਧਾਰਾ। ਤੇ ਤੀਜੇ ਬੰਦ ਵਿੱਚ ਮਹਾਰਾਜ ਕਹਿੰਦੇ ਕਿਰਤ ਪਿਆ ਅਦ ਊਰਦੀ ਬਿਨ ਗਿਆਨ ਵਿਚਾਰ। ਕਹਿੰਦੇ ਮਨੁੱਖ ਆਪਣੇ ਕੀਤੇ ਕਰਮਾਂ ਕਰਕੇ, ਬਣੇ ਸੰਸਕਾਰਾਂ ਦੇ ਕਰਕੇ ਦੁੱਖਾਂ ਸੁੱਖਾਂ ਵਿੱਚ ਪੈ ਜਾਂਦਾ ਹੈ। ਕਦੇ ਬਹੁਤ ਉਚਾਈਆਂ ਵਿੱਚ ਪਹੁੰਚ ਜਾਂਦਾ, ਕਦੇ ਬਹੁਤ ਨਿਵਾਣ ਵਿੱਚ ਡਿੱਗ ਪੈਂਦਾ ਹੈ। ਕਿਰਤ ਪਿਆ ਅਦ ਊਰਦੀ, ਕਦੇ ਨੀਵਾਂ ਡਿੱਗ ਪੈਂਦਾ ਹੈ, ਸੋਚ ਬੜੀ ਨੀਵੀਂ, ਖਿਆਲਾਤ ਬੜੇ ਨੀਵੇਂ। ਤੇ ਕਦੇ ਸਾਧ ਸੰਗਤ ਉਚਾਈ ਵਿੱਚ ਪਹੁੰਚ ਜਾਂਦਾ ਏ, ਦੁੱਖਾਂ ਸੁੱਖਾਂ ਵਿੱਚ ਪਿਆ ਰਹਿੰਦਾ ਏ। ਇਹ ਆਪਣੇ ਕੀਤੇ ਕਰਮਾਂ ਕਰਕੇ, ਬਣੇ ਸੰਸਕਾਰਾਂ ਦੇ ਸਦਕਾ ਹੋਇਆ। ਬਿਨ ਉਪਮਾ ਜਗਦੀਸ਼ ਕੀ, ਬਿਨਸੈ ਨਾ ਅੰਧਿਆਰਾ। ਤੇ ਮਹਾਰਾਜ ਕਹਿੰਦੇ ਜਗਦੀਸ਼ ਦੀ ਉਪਮਾ, ਪਰਮੇਸ਼ਰ ਦੀ ਵਡਿਆਈ ਕੀਤੇ ਬਗੈਰ ਇਹਦੇ ਜੀਵਨ ਵਿੱਚੋਂ ਅਗਿਆਨਤਾ ਨਹੀਂ ਮਿਟ ਸਕਦੀ। ਇਹਦੇ ਜੀਵਨ ਵਿੱਚੋਂ ਅਗਿਆਨਤਾ ਦਾ ਹਨੇਰਾ ਖਤਮ ਨਹੀਂ ਹੋ ਸਕਦਾ। ਕਹਿੰਦੇ ਅਗਿਆਨਤਾ ਦੇ ਹਨੇਰੇ ਦੇ ਵਿੱਚ ਇਹ ਜੀਵ ਮੰਦੇ ਕਰਮਾਂ ਵਿੱਚ ਲੱਗਾ ਰਹੇਗਾ। ਜਿਹੋ ਜਿਹੇ ਅਸੀਂ ਕਰਮ ਕਰਦੇ, ਜਿਹੋ ਜਿਹੇ ਫੁਰਨੇ ਮਨ ਵਿੱਚ ਬਣਦੇ ਨੇ, ਉਹੋ ਜਿਹੇ ਸੰਸਕਾਰ ਸਾਡੇ ਬਣ ਜਾਂਦੇ ਨੇ, ਉਹੋ ਜਿਹਾ ਸੁਭਾਅ ਸਾਡਾ ਬਣ ਜਾਂਦਾ ਹੈ। ਇਸ ਕਰਕੇ ਮੰਦੇ ਕਰਮਾਂ ਵਿੱਚ ਲੱਗਿਆ ਹੋਇਆ ਇਹ ਜੀਵ ਉਨੀ ਦੇਰ ਖੱਜਲ ਖੁਆਰ ਹੁੰਦਾ ਹੀ ਰਹੇਗਾ ਜਿੰਨੀ ਦੇਰ ਗੁਰੂ ਕੇ ਚਰਨਾਂ ਨਾਲ ਜੁੜ ਕੇ ਪਰਮੇਸ਼ਰ ਦੀ ਬੰਦਗੀ ਨਹੀਂ ਕਰਦਾ। ਜਗ ਬਿਨਸਤ ਹਮ ਦੇਖਿਆ ਲੋਭੇ ਅਹੰਕਾਰਾ। ਲੋਭ ਤੇ ਹੰਕਾਰ ਕਰਕੇ ਮਹਾਰਾਜ ਕਹਿੰਦੇ ਅਸੀਂ ਵੇਖਿਆ ਸਾਰਾ ਸੰਸਾਰ ਜਿਹੜਾ ਹੈ
ਉਹ ਵਿਨਸ ਰਿਹਾ ਹੈ, ਮਰ ਰਿਹਾ ਹੈ, ਖਪ ਰਿਹਾ ਹੈ, ਦੁਖੀ ਹੋ ਰਿਹਾ ਹੈ ਲੋਭ ਤੇ ਹੰਕਾਰ ਕਰਕੇ। ਕੋਈ ਲੋਭ ਦੇ ਵਸ ਹੋ ਕੇ ਕਰਮ ਕਮਾਉਂਦਾ, ਤੇ ਲੋਭ ਜਿਹੜਾ ਹੈ ਸਾਧ ਸੰਗਤ ਜਦੋਂ ਕਿਸੇ ਬੰਦੇ ਤੇ ਹਾਵੀ ਹੋ ਜਾਂਦਾ ਹੈ ਨਾ, ਉਹਦੀ ਹਾਲਤ ਫਿਰ ਹਲਕੇ ਕੁੱਤੇ ਵਾਲੀ ਬਣ ਜਾਂਦੀ ਹੈ। ਲੋਭ ਲਹਿਰ ਜੋ ਸਵਾਨ ਹਲਕ ਹੈ, ਤੇ ਮਨੁੱਖ ਫਿਰ ਸਾਰੀ ਜ਼ਿੰਦਗੀ ਉਸੇ ਤਰ੍ਹਾਂ ਝੱਖ ਮਾਰਦਿਆਂ ਕੱਢ ਦਿੰਦਾ ਹੈ। ਹੰਕਾਰ ਦੇ ਵਸ ਹੋ ਕੇ ਜੀਵ ਪ੍ਰਭੂ ਚਰਨਾਂ ਤੋਂ ਵਿਛੜ ਜਾਂਦਾ ਏ। ਕਹਿੰਦੇ ਸਾਰੀ ਜ਼ਿੰਦਗੀ ਖੱਜਲ ਖੁਆਰੀਆਂ ਵਿੱਚ ਲੰਘ ਜਾਂਦੀ ਹੈ। ਗੁਰ ਸੇਵਾ ਪ੍ਰਭ ਪਾਇਆ ਸੱਚ ਮੁਕਤ ਦੁਆਰਾ। ਗੁਰੂ ਦੀ ਸੇਵਾ ਕਰਕੇ ਹੀ ਪ੍ਰਭੂ ਚਰਨਾਂ ਨਾਲ ਬਣ ਆਉਂਦੀ ਹੈ। ਗੁਰੂ ਦੀ ਸੇਵਾ ਕਰਕੇ ਲੋਭ ਤੇ ਹੰਕਾਰ ਤੋਂ ਮਹਾਰਾਜ ਕਹਿੰਦੇ ਬਚਿਆ ਜਾ ਸਕਦਾ ਹੈ। ਗੁਰੂ ਦੇ ਦਰ ਤੇ ਸੇਵਾ ਕਰਕੇ ਹੀ ਇਹਨਾਂ ਬੰਧਨਾਂ ਤੋਂ ਮੁਕਤ ਹੋ ਸਕਦੇ ਹਾਂ। ਨਿਜ ਘਰ ਮਹਿਲ ਅਪਾਰ ਕੋ ਅਪਰੰਪਰ ਸੋਈ। ਨਿਜ ਘਰ ਮਹਿਲ ਅਪਾਰ ਕੋ ਅਪਰੰਪਰ ਸੋਈ। ਕਹਿੰਦੇ ਵਾਹਿਗੁਰੂ ਸਰਗੁਣ ਰੂਪ ਕਰਕੇ ਤੇ ਸਾਰਿਆਂ ਦੇ ਵਿੱਚ ਵਿਆਪਕ ਹੈ, ਪਰ ਨਿਰਗੁਣ ਰੂਪ ਦੇ ਵਿੱਚ ਉਹਦਾ ਕੋਈ ਖਾਸ ਟਿਕਾਣਾ ਨਹੀਂ ਵੀ ਆਪਾਂ ਇਹ ਦਾਅਵਾ ਕਰੀਏ ਵੀ ਪਰਮੇਸ਼ਰ ਕਿਸੇ ਖਾਸ ਥਾਂ ਤੇ ਰਹਿੰਦਾ। ਵੈਸੇ ਇਹ ਭੁਲੇਖਾ ਨੂੰ ਪਿਆ ਹੋਇਆ ਹੈ, ਤੇ ਗੁਰੂ ਸਾਹਿਬਾਨਾਂ ਨੇ ਇਹ ਭੁਲੇਖਾ ਬਹੁਤ ਵਾਰੀ ਦੂਰ ਕੀਤਾ ਬਾਣੀ ਦੇ ਅੰਦਰ। ਆਪਾਂ ਬਚਨ ਪੜ੍ਹਦੇ ਹਾਂ, ਸਤਿਗੁਰੂ ਕਹਿੰਦੇ ਨੇ ਨਿਰਗੁਣ ਰੂਪ ਕਰਕੇ ਮਹਾਰਾਜ ਤੇਰਾ ਕੋਈ ਵੀ ਚੱਕਰ ਚਿਹਨ ਨਹੀਂ, ਪਰ ਸਰਗੁਣ ਰੂਪ ਕਰਕੇ ਸਾਰੇ ਰੂਪ ਤੇਰੇ ਹੀ ਨੇ। ਸਰਗੁਣ ਰੂਪ ਕਰਕੇ ਸਾਰੇ ਹੱਥ ਪੈਰ ਤੇਰੇ, ਨਿਰਗੁਣ ਰੂਪ ਕਰਕੇ ਤੇਰਾ ਕੋਈ ਹੱਥ ਪੈਰ ਨਹੀਂ, ਚੱਕਰ ਚਿਹਨ ਨਹੀਂ। ਤੇ ਕਈਆਂ ਲੋਕਾਂ ਨੂੰ ਭੁਲੇਖਾ ਕਿ ਵਾਹਿਗੁਰੂ ਪਰਮੇਸ਼ਰ ਕਿਸੇ ਖਾਸ ਥਾਂ ਤੇ ਕਿਸੇ ਖਾਸ ਦਿਸ਼ਾ ਵਿੱਚ ਹੈ। ਮਹਾਰਾਜ ਕਹਿੰਦੇ ਨਹੀਂ, ਉਹਨੂੰ ਅਸੀਂ ਕਿਸੇ ਖਾਸ ਥਾਂ ਤੇ ਸਥਾਪਿਤ ਨਹੀਂ ਕਰ ਸਕਦੇ। ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਕਹਿੰਦੇ ਆਪਣੇ ਆਪ ਹੀ ਪੈਦਾ ਹੋਇਆ, ਆਪਣੇ ਆਪ ਹੀ ਸੰਸਾਰ ਵਿੱਚ ਵਿਚਰਦਾ ਹੈ। ਨਿਰਗੁਣ ਰੂਪ ਕਰਕੇ ਕੋਈ ਉਹਦਾ ਖਾਸ ਟਿਕਾਣਾ ਨਹੀਂ। ਨਿਜ ਘਰ ਮਹਿਲ, ਕਹਿੰਦਾ ਉਹਦਾ ਮਹਿਲ ਆਪਣੇ ਆਪ ਵਿੱਚ ਹੀ ਹੈ, ਉਹਦਾ ਟਿਕਾਣਾ ਆਪਣੇ ਆਪ ਵਿੱਚ ਹੀ ਹੈ। ਉਹ ਆਪਣੇ ਆਪ ਵਸਿਆ ਹੋਇਆ ਸੰਸਾਰ ਦੇ ਅੰਦਰ। ਕਹਿੰਦੇ ਉਹਦਾ ਕੋਈ ਪਾਰ ਨਹੀਂ ਪਾ ਸਕਦਾ, ਉਹ ਅਪਰੰਪਰ ਹੈ, ਆਪਣੇ ਘਰ ਵਿੱਚ ਆਪ ਹੀ ਵਸਿਆ ਹੋਇਆ, ਉਹਦਾ ਕੋਈ ਖਾਸ ਟਿਕਾਣਾ ਨਹੀਂ। ਅਸੀਂ ਇਹ ਕਹੀਏ ਵੀ ਉਹਦਾ ਐਡਰੈਸ ਦੇ ਦਈਏ ਫਲਾਣੇ ਥਾਂ ਰਹਿੰਦਾ, ਕਹਿੰਦੇ ਨਹੀਂ, ਆਪਣੇ ਆਪ ਵਿੱਚ ਹੀ ਵਿਆਪਕ ਹੈ, ਆਪਣੇ ਆਪ ਤੋਂ ਪੈਦਾ ਹੋਇਆ ਹੈ। ਉਹਦਾ ਘਰ ਵੀ ਆਪਣੇ ਆਪ ਵਿੱਚ ਹੀ ਹੈ, ਕੋਈ ਖਾਸ ਟਿਕਾਣਾ ਨਹੀਂ ਉਹਦਾ। ਬਿਨ ਸ਼ਬਦੈ ਥਿਰ ਕੋ ਨਹੀਂ, ਬੂਝੈ ਸੁਖ ਹੋਈ। ਕਹਿੰਦੇ ਜਿੰਨੀ ਦੇਰ ਗੁਰੂ ਦੇ ਸ਼ਬਦ ਦੁਆਰਾ ਸੋਝੀ ਨਹੀਂ ਲੈਂਦੇ, ਉਨੀ ਦੇਰ ਸਮਝ ਨਹੀਂ ਆਉਣੀ। ਗੁਰੂ ਕਾ ਸ਼ਬਦ ਨੂੰ ਪੜਾਂਗੇ, ਵਿਚਾਰਾਂਗੇ ਤਾਂ ਸਮਝ ਲੱਗੇਗੀ। ਪਰ ਵੈਸੇ ਉਹਦਾ ਕੋਈ ਚੱਕਰ ਚਿਹਨ ਨਹੀਂ, ਕੋਈ ਖਾਸ ਰੂਪ ਨਹੀਂ ਉਹਦਾ, ਕੋਈ ਖਾਸ ਰੰਗ ਨਹੀਂ, ਖਾਸ ਥਾਂ ਨਹੀਂ ਜਿੱਥੇ ਕਹੀਏ ਬੈਠਾ ਏ। ਪਰ ਵਸਿਆ ਸਾਰੀਆਂ ਥਾਵਾਂ ਤੇ ਹੀ ਹੈ। ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਸਾਰਿਆਂ ਦੇ ਵਿੱਚ ਉਹਦੀ ਜੋਤ ਹੈ, ਉਹਦਾ ਚਾਨਣ ਸਾਰਿਆਂ ਦੇ ਵਿੱਚ ਹੈ, ਉਹਦਾ ਹੀ ਪ੍ਰਕਾਸ਼। ਕਹਿੰਦੇ ਸ਼ਬਦ ਤੋਂ ਬਿਨਾਂ ਸੋਝੀ ਨਹੀਂ। ਕਿਆ ਲੈ ਆਇਆ ਲੈ ਜਾਏ, ਕਿਆ ਫਾਸੇ ਜਮ ਜਾਲਾ। ਮਹਾਰਾਜ ਕਹਿੰਦੇ ਹੈ ਜੀਵ ਧਿਆਨ ਮਾਰ, ਜਦੋਂ ਤੂੰ ਸੰਸਾਰ ਤੇ ਆਇਆ ਸੀ ਕੀ ਲੈ ਕੇ ਆਇਆ ਸੀ? ਤੇ ਇਹ ਸਵਾਲ ਹਜੂਰ ਨੇ ਆਖਿਆ ਸਾਰੇ ਅਸੀਂ ਆਪਣੇ ਆਪ ਨੂੰ ਕਰੀਏ। ਕਿਆ ਲੈ ਆਇਆ ਲੈ ਜਾਏ ਕਿਆ,
ਕਹਿੰਦੇ ਜਦੋਂ ਤੂੰ ਸੰਸਾਰ ਤੇ ਆਇਆ ਸੀ ਕੀ ਲੈ ਕੇ ਆਇਆ ਸੀ? ਤੇ ਸਾਡਾ ਜਵਾਬ ਹੋਏਗਾ ਵੀ ਲੈ ਕੇ ਤੇ ਕੁਝ ਵੀ ਨਹੀਂ ਆਏ ਅਸੀਂ, ਨੰਗੇ ਸੰਸਾਰ ਤੇ ਆਏ ਸੀ, ਨੰਗੇ। ਇਹ ਸਾਡਾ ਤਨ ਵੀ ਜਿਹੜਾ ਢੱਕਿਆ ਨਾ, ਇਹ ਸੰਸਾਰ ਤੇ ਆਉਣ ਤੋਂ ਬਾਅਦ ਕਈ ਪ੍ਰਕਾਰ ਦੇ ਕੱਪੜੇ ਵਸਤਰ ਸਾਡੇ ਤਨ ਤੇ ਪਾਏ ਗਏ, ਪਰ ਸੰਸਾਰ ਤੇ ਜਦੋਂ ਜਨਮ ਹੋਇਆ ਬੱਚਾ ਨੰਗਾ ਹੁੰਦਾ। ਮਹਾਰਾਜ ਕਹਿੰਦੇ ਨੰਗੇ ਹੀ ਆਏ ਸੀ, ਨੰਗੇ ਹੀ ਚਲੇ ਜਾਣਾ ਏ। ਨਾ ਕੋਈ ਚੀਜ਼ ਨਾਲ ਲੈ ਕੇ ਆਏ ਸੀ ਤੇ ਨਾ ਹੀ ਨਾਲ ਲੈ ਕੇ ਜਾਣੀ ਹੈ। ਕਿਆ ਲੈ ਆਇਆ ਲੈ ਜਾਏ ਕਿਆ, ਫਾਸੇ ਜਮਜਾਲਾ। ਕਹਿੰਦੇ ਜਦੋਂ ਪਤਾ ਲੱਗ ਗਿਆ ਕਿ ਨਾਲ ਕੁਝ ਵੀ ਨਹੀਂ ਜਾਣਾ, ਫਿਰ ਐਵੇਂ ਵਿਅਰਥ ਹੀ ਤੂੰ ਫਸੀ ਜਾਂਦਾ ਬੰਧਨਾਂ ਵਿੱਚ, ਵਿਅਰਥ ਹੀ ਬੰਧਨਾਂ ਵਿੱਚ ਪੈ ਰਿਹਾ ਏ। ਵਿਅਰਥ ਹੀ ਪਦਾਰਥਾਂ ਨੂੰ ਇਕੱਠੇ ਕਰਨ ਦੀ ਹੋੜ ਲੱਗੀ ਹੋਈ ਤੈਨੂੰ, ਭੱਜਾ ਹੀ ਫਿਰਦਾ ਏ। ਕਿਆ ਇਕੱਠਾ ਕਰ ਲਵਾਂ, ਆਓ ਕਰ ਲਵਾਂ। ਜ਼ਿੰਦਗੀ ਬਸਰ ਕਰਨੀ ਹੈ, ਉਹਦੇ ਵਾਸਤੇ ਪਦਾਰਥਾਂ ਦੀ ਲੋੜ ਹੈ। ਪਰ ਸਾਧ ਸੰਗਤ ਜੇ ਪਦਾਰਥਾਂ ਨੂੰ ਇਕੱਠੇ ਕਰਨ ਦੀ ਹੋੜ ਲੱਗ ਗਈ ਕਿ ਸਾਰਾ ਕੁਝ ਮੈਂ ਇਕੱਠਾ ਕਰ ਲਵਾਂ, ਤੇ ਸਤਿਗੁਰੂ ਕਹਿੰਦੇ ਇਉਂ ਕੋ ਬੰਦਾ ਰੱਜਿਆ ਨਹੀਂ। ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ, 14 ਪੁਰੀਆਂ ਮੰਨੀਆਂ ਗਈਆਂ ਨੇ। ਹਜੂਰ ਕਹਿੰਦੇ ਸਾਰੀਆਂ ਪੁਰੀਆਂ ਦੇ ਪਦਾਰਥਾਂ ਦੀਆਂ ਪੰਡਾਂ ਬੰਨ ਕੇ ਤੇਰੇ ਸਿਰ ਤੇ ਧਰ ਦਈਏ ਤਾਂ ਵੀ ਤੂੰ ਰੱਜੇਗਾ ਨਹੀਂ, ਤਾਂ ਵੀ ਨਹੀਂ ਰੱਜ ਸਕਦਾ। ਪਰ ਮਹਾਰਾਜ ਕਹਿਣ ਲੱਗੇ ਪਦਾਰਥਾਂ ਦੀ ਵਸਤਾਂ ਦੀ ਜ਼ਰੂਰਤ ਹੈ ਜ਼ਿੰਦਗੀ ਨੂੰ ਬਸਰ ਕਰਨ ਲਈ। ਜ਼ਰੂਰਤਾਂ ਦੇ ਮੁਤਾਬਕ ਉਹਨਾਂ ਨੂੰ ਅਸੀਂ ਵਰਤਣਾ ਹੈ, ਪ੍ਰਾਪਤ ਵੀ ਕਰਨਾ ਹੈ। ਪਰ ਇਹ ਹੋੜ ਜੇ ਲੱਗ ਗਈ ਕਿ ਇਕੱਠਾ ਕਰ ਲਈਏ, ਸਾਰਾ ਕੁਝ ਪ੍ਰਾਪਤ ਕਰ ਲਈਏ, ਤੇ ਫਿਰ ਸਾਧ ਸੰਗਤ ਵਿਅਰਥ ਬੰਧਨਾਂ ਵਿੱਚ ਫਸ ਜਾਵਾਂਗੇ। ਕਿਉਂਕਿ ਬਾਣੀ ਦਾ ਫੈਸਲਾ ਏ ਪਾਪਾਂ ਬਾਝੋਂ ਹੋਵੇ ਨਹੀਂ, ਮੋਇਆ ਸਾਥ ਨਾ ਜਾਈ। ਕਹਿੰਦੇ ਪਾਪਾਂ ਤੋਂ ਬਿਨਾ ਧਨ ਇਕੱਠਾ ਨਹੀਂ ਹੋ ਸਕਦਾ, ਤੇ ਮਰਨ ਤੋਂ ਬਾਅਦ ਨਾਲ ਨਹੀਂ ਜਾਣਾ। ਬਿਨ ਸ਼ਬਦ ਡੋਲ ਬੱਧਾ ਕਸ ਜੇਵਰੀ ਆਕਾਸ਼ ਪਤਾਲਾ। ਕਹਿੰਦੇ ਜਿਵੇਂ ਡੋਲ ਖੂਹ ਦੇ ਵਿੱਚ ਬੰਨਿਆ ਹੁੰਦਾ, ਕੱਸ ਕੇ ਰੱਸੀ ਉਹਦੇ ਗਲ ਨੂੰ ਬੰਨੀ ਹੁੰਦੀ ਹੈ। ਉਹ ਡੋਲ ਜਦੋਂ ਖੂਹ ਦੇ ਵਿੱਚ ਲਮਕਾਇਆ ਜਾਂਦਾ ਖਾਲੀ ਹੁੰਦਾ ਹੈ, ਤੇ ਖੂਹ ਦੇ ਵਿੱਚੋਂ ਜਦੋਂ ਬਾਹਰ ਖਿੱਚੀਏ ਉਹ ਪਾਣੀ ਨਾਲ ਭਰ ਕੇ ਆਉਂਦਾ ਹੈ। ਭਰ ਕੇ ਆਇਆ ਪਰ ਫਿਰ ਖਾਲੀ ਹੋ ਗਿਆ, ਫਿਰ ਲਮਕ ਗਿਆ ਖੂਹ ਦੇ ਵਿੱਚ, ਫਿਰ ਭਰ ਕੇ ਬਾਹਰ ਆਇਆ, ਫਿਰ ਖਾਲੀ ਹੋ ਗਿਆ। ਕਹਿੰਦੇ ਇਸੇ ਤਰ੍ਹਾਂ ਤੂੰ ਵੀ ਜਨਮ ਮਰਨ ਦੇ ਗੇੜ ਵਿੱਚ ਪਿਆ ਹੋਇਆ ਏ। ਬਹੁਤ ਕੁਝ ਇਕੱਠਾ ਕਰ ਲੈਂਦਾ ਏ, ਇੱਥੇ ਰਹਿ ਜਾਂਦਾ ਏ, ਫਿਰ ਜਨਮ ਹੁੰਦਾ, ਖਾਲੀ ਹੋ ਕੇ ਬਾਹਰ ਆਉਣਾ ਏ, ਫਿਰ ਇਕੱਠੇ ਕਰੀ ਜਾਂਦਾ ਏ, ਫਿਰ ਜਾਣ ਲੱਗਿਆ ਕੁਝ ਵੀ ਨਾਲ ਜਾਂਦਾ ਨਹੀਂ। ਇਸੇ ਤਰ੍ਹਾਂ ਮੁੜ ਮੁੜ ਕੇ ਇਹ ਸਿਲਸਿਲਾ ਜਿਹੜਾ ਹੈ ਬਣਿਆ ਹੋਇਆ ਹੈ। ਗੁਰਮਤਿ ਨਾਮ ਨਾ ਵੀਸਰੈ, ਸਹਿਜੇ ਪਤ ਪਾਈਐ। ਮਹਾਰਾਜ ਕਹਿੰਦੇ ਜਿਨ੍ਹਾਂ ਦੇ ਪੱਲੇ ਗੁਰੂ ਦੀ ਮੱਤ ਹੈ, ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਨਹੀਂ ਵਿਸਾਰਿਆ, ਸਹਿਜੇ ਹੀ ਉਹ ਜੀਵਾਂ ਨੂੰ ਪਤ ਮਿਲਦੀ, ਇੱਜ਼ਤ ਮਿਲਦੀ ਹੈ। ਗੁਰਮਤਿ ਨਾਮ ਨਾ ਵੀਸਰੇ, ਸਹਿਜੇ ਪਤ ਪਾਈਐ। ਉਹਨਾਂ ਨੂੰ ਸੰਸਾਰ ਦੇ ਵਿੱਚ ਇੱਜ਼ਤ ਮਿਲਦੀ ਹੈ ਜਿਨ੍ਹਾਂ ਨੇ ਗੁਰ ਉਪਦੇਸ਼ ਨੂੰ ਕਮਾ ਲਿਆ, ਜਿਨ੍ਹਾਂ ਨੇ ਵਾਹਿਗੁਰੂ ਪਰਮੇਸ਼ਰ ਨੂੰ ਚੇਤੇ ਰੱਖਿਆ, ਖਸਮ ਨੂੰ ਵਿਸਾਰਿਆ ਨਹੀਂ, ਉਹਨਾਂ ਨੂੰ ਇੱਜ਼ਤ ਮਿਲਦੀ ਹੈ। ਅੰਤਰ ਸ਼ਬਦ ਨਿਧਾਨ ਹੈ, ਮਿਲ ਆਪ ਗਵਾਈਐ। ਜਿਨ੍ਹਾਂ ਦੇ ਅੰਦਰ ਗੁਰੂ ਕੇ ਬਚਨ ਵਸ ਗਏ, ਗੁਰੂ ਕੇ ਸ਼ਬਦ ਜਿਨ੍ਹਾਂ ਦੇ ਅੰਦਰ ਵਸ ਗਏ, ਉਹਨਾਂ ਨੇ ਅੰਦਰੋਂ ਆਪਾ ਭਾਵ ਮਿਟਾ ਕੇ ਪਰਮੇਸ਼ਰ ਸਾਂਝ ਬਣਾ ਲਈ, ਅੰਦਰੋਂ ਆਪਾ ਭਾਵ ਗਵਾ ਲਿਆ ਉਹਨਾਂ ਨੇ। ਤੇ ਸਾਧ ਸੰਗਤ ਜਿੰਨੀ ਦੇਰ ਗੁਰੂ ਕੇ ਸ਼ਬਦਾਂ ਨੂੰ ਅਸੀਂ ਹਿਰਦੇ ਵਿੱਚ ਨਹੀਂ ਵਸਾਉਂਦੇ, ਆਪਾ ਭਾਵ ਨਹੀਂ ਗਵਾਉਂਦੇ, ਓਨੀ ਦੇਰ ਪ੍ਰਭੂ ਚਰਨਾਂ ਨਾਲ ਬਣ ਨਹੀਂ ਆਉਣੀ, ਓਨੀ ਦੇਰ ਭਟਕਦੇ ਰਹਾਂਗੇ। ਨਦਰ ਕਰੇ ਪ੍ਰਭ ਆਪਣੀ, ਗੁਣ ਅੰਕ ਸਮਾਵੈ। ਕਹਿੰਦੇ ਜਿਨ੍ਹਾਂ ਤੇ ਮੈਂ ਗੁਰੂ ਆਪਣੀ ਨਜ਼ਰ ਕਰ ਦਿੰਦਾ ਹੈ, ਉਹਨਾਂ ਨੂੰ ਆਪਣੇ ਗੁਣ ਬਖਸ਼ਦਾ ਹੈ। ਗੁਣ ਤੇ ਜਿਨ੍ਹਾਂ ਦੇ ਪੱਲੇ ਗੁਣ ਨੇ, ਸ਼ੁਭ ਗੁਣ, ਮਾਲਕ ਉਹਨਾਂ ਨੂੰ ਆਪਣੇ ਗਲ ਨਾਲ ਲਾ ਲੈਂਦਾ ਹੈ।
ਔਗਣਾਂ ਨਾਲ ਭਰੇ ਮਨੁੱਖ ਪ੍ਰਭੂ ਚਰਨਾਂ ਤੋਂ ਦੂਰ ਰਹਿੰਦੇ ਨੇ, ਤੇ ਜਿਨ੍ਹਾਂ ਨੇ ਆਪਣੇ ਆਪ ਨੂੰ ਸਵਾਰ ਲਿਆ ਉਹ ਪ੍ਰਭੂ ਚਰਨਾਂ ਨਾਲ ਜੁੜ ਗਏ। ਨਾਨਕ ਮੇਲ ਨਾ ਚੂਕਈ ਲਾਹਾ ਸੱਚ ਪਾਵੈ। ਤੇ ਗੁਰੂ ਨਾਨਕ ਬਾਬਾ ਜੀ ਸ਼ਬਦ ਦੇ ਆਖਰੀ ਬੰਦ ਵਿੱਚ ਉਹਨਾਂ ਵਡਭਾਗੇ ਮਨੁੱਖਾਂ ਦੀ ਸ਼ੋਭਾ ਕਰਦੇ ਨੇ। ਕਹਿੰਦੇ ਜਿਨ੍ਹਾਂ ਨੇ ਗੁਰੂ ਦੀ ਮੱਤ ਨੂੰ ਹਿਰਦੇ ਵਿੱਚ ਧਾਰਿਆ, ਸ਼ੁਭ ਗੁਣ ਧਾਰਨ ਕਰ ਲਏ, ਜਿਨ੍ਹਾਂ ਦੀ ਪ੍ਰਭੂ ਚਰਨਾਂ ਨਾਲ ਬਣ ਆਈ, ਕਹਿੰਦੇ ਉਹਨਾਂ ਦਾ ਕਦੇ ਵੀ ਵਿਛੋੜਾ ਨਹੀਂ ਪੈਂਦਾ। ਫਿਰ ਉਹ ਸੁਰਤ ਕਰਕੇ ਪਰਮੇਸ਼ਰ ਦੀ ਬੰਦਗੀ ਵਿੱਚ ਸਦੀਵ ਕਾਲ ਜੁੜੇ ਰਹਿੰਦੇ ਨੇ। ਲਾਹਾ ਸੱਚ ਪਾਵੈ। ਕਹਿੰਦੇ ਜ਼ਿੰਦਗੀ ਦਾ ਅਸਲੀ ਲਾਹਾ ਉਹ ਮਨੁੱਖ ਪ੍ਰਾਪਤ ਕਰਦੇ ਨੇ। ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤ ਕੋ ਫਕੜੇ ਸਭ ਮੁਕਦੀ ਚੱਲੀ ਰਹਿਣ। ਇਹ ਜ਼ਿੰਦਗੀ ਦਾ ਲਾਹਾ ਹੈ। ਆਇਓ ਸੁਣਨ ਪੜਨ ਕੋ ਬਾਣੀ, ਪ੍ਰਭੂ ਦੀ ਬੰਦਗੀ ਕਰਨੀ, ਉਹਦੇ ਜਸ ਵਿੱਚ ਜੁੜੇ ਰਹਿਣਾ, ਇਹੋ ਹੀ ਲਾਹਾ ਹੈ। ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ। ਕਹਿੰਦੇ ਮਨੁੱਖਾ ਜਨਮ ਦਾ ਇਹੀ ਲਾਹਾ ਹੈ, ਪ੍ਰਭੂ ਦੀ ਬੰਦਗੀ ਵਿੱਚ ਜੁੜ ਕੇ ਆਪਾਂ ਸਵਾਰੀਏ। ਤੇ ਸਾਧ ਸੰਗਤ ਆਪਾਂ ਸ਼ਬਦ ਦੀ ਵਿਚਾਰ ਦੇ ਨਾਲ ਜੁੜੇ ਆ, ਤੇ ਨਾਲ ਮੈਂ 2 ਮਿੰਟਾਂ ਦੇ ਵਿੱਚ ਕੁਝ ਬੇਨਤੀਆਂ ਕਰਨੀਆਂ, ਕਿਉਂਕਿ ਕੱਲ ਫਤਿਹਗੜ੍ਹ ਸਾਹਿਬ ਦੀ ਤੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ 2 ਘਟਨਾਵਾਂ ਵਾਪਰੀਆਂ ਨੇ। ਇੱਕ ਨੌਜਵਾਨ ਵੱਲੋਂ 2 ਪਿੰਡਾਂ ਦੇ ਵਿੱਚ ਜਾ ਕੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਗਈ। ਇੱਕ ਪਿੰਡ ਦੇ ਵਿੱਚ ਬੇਅਦਬੀ ਕਰਕੇ ਆਇਆ, ਆਪਣੀ ਕਾਰ ਦੇ ਵਿੱਚ ਸਵਾਰ ਹੋ ਕੇ ਅਗਲੇ ਪਿੰਡ ਚਲਿਆ ਗਿਆ। ਜਦੋਂ ਉੱਥੇ ਬੇਅਦਬੀ ਕਰਦਾ ਸੀ ਤੇ ਉੱਥੋਂ ਦੀਆਂ ਸੰਗਤਾਂ ਨੇ ਉਹਨੂੰ ਮੌਕੇ ਤੇ ਫੜ ਲਿਆ। ਤੇ ਸਾਧ ਸੰਗਤ ਮੈਂ ਆਪ ਜੀ ਦਾ ਧਿਆਨ ਦਿਵਾਉਣਾ ਚਾਹੁੰਦਾ, ਸਨ 2015 ਦੇ ਅੰਦਰ ਜਦੋਂ ਕਿਸਾਨ ਸੰਘਰਸ਼ ਕਰ ਰਹੇ ਸਨ, ਸਨ 2015 ਦੇ ਅੰਦਰ ਨਰਮੇ ਦੇ ਬੀਜ ਨਕਲੀ ਆਏ, ਸਪਰੇਆਂ ਨਕਲੀ ਆਈਆਂ। ਇਸ ਕਰਕੇ ਕਿਸਾਨਾਂ ਦੀਆਂ ਫਸਲਾਂ ਤਬਾਹ ਹੋ ਗਈਆਂ। ਸਾਰੇ ਕਿਸਾਨਾਂ ਨੇ ਸੰਘਰਸ਼ ਦਾ ਰਾਹ ਚੁਣਿਆ। ਜਦੋਂ ਕਿਸਾਨਾਂ ਦਾ ਸੰਘਰਸ਼ ਐਨ ਸਿਖਰਾਂ ਤੇ ਪਹੁੰਚ ਗਿਆ ਤੇ ਉਸ ਵੇਲੇ 12 ਅਕਤੂਬਰ ਜਿਹੜਾ ਦਿਨ ਸੀ, ਉਸ ਦਿਨ ਬੁਰਜ ਜਵਾਹਰ ਸਿੰਘ ਵਾਲਾ ਤੋਂ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਹੋਏ ਸਨ, 12 ਅਕਤੂਬਰ ਵਾਲੇ ਦਿਨ ਪਿੰਡ ਬਰਗਾੜੀ ਦੇ ਅੰਦਰ ਉਸ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਜਿਹੜੇ ਉਹਨਾਂ ਦੇ ਅੰਗ ਖਿਲਾਰ ਦਿੱਤੇ ਗਏ, ਬੇਅਦਬੀ ਕੀਤੀ ਗਈ ਗੁਰੂ ਗ੍ਰੰਥ ਸਾਹਿਬ ਦੀ। ਤੇ ਕੱਲ ਵੀ ਜਿਹੜਾ ਦਿਨ ਲੰਘਿਆ ਹੈ 12 ਅਕਤੂਬਰ ਦਾ ਦਿਨ, ਅੱਜ ਵੀ ਕਿਸਾਨ ਜਿਹੜੇ ਨੇ ਸੰਘਰਸ਼ ਦੇ ਰਾਹ ਤੇ ਚੱਲੇ ਹੋਏ ਨੇ। ਅੱਜ ਵੀ ਕਿਸਾਨਾਂ ਦਾ ਸੰਘਰਸ਼ ਜਿਹੜਾ ਹੈ ਐਨ ਸਿਖਰਾਂ ਤੇ ਹੈ। ਤੇ ਉਸ ਸੰਘਰਸ਼ ਨੂੰ ਤਾਰ ਪੀਡੋ ਕਰਨ ਵਾਸਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਫਿਰ ਵਾਪਰ ਰਹੀਆਂ ਨੇ। ਤੇ ਮੈਂ ਬੇਨਤੀ ਕਰਾਂ ਸੰਗਤਾਂ ਨੂੰ, ਬਹੁਤ ਜ਼ਿਆਦਾ ਸੁਚੇਤ ਹੋਣ ਦੀ ਲੋੜ ਹੈ। ਇਹ ਘਟਨਾਵਾਂ ਕੋਈ ਆਮ ਨਹੀਂ, ਬਹੁਤ ਵੱਡੀ ਸਾਜ਼ਿਸ਼ ਦੇ ਤਹਿਤ ਇਹ ਘਟਨਾਵਾਂ ਵਾਪਰ ਰਹੀਆਂ ਨੇ। ਬਹੁਤ ਜ਼ਿਆਦਾ ਸੁਚੇਤ ਹੋਣ ਦੀ ਲੋੜ ਹੈ ਸਾਨੂੰ ਸਾਰਿਆਂ ਨੂੰ। ਤੇ ਗੁਰਦੁਆਰੇ ਦੇ ਗ੍ਰੰਥੀ ਸਾਹਿਬਾਨ, ਸੰਗਤਾਂ ਤੇ ਪ੍ਰਬੰਧਕਾਂ ਦੇ ਲਈ ਮੈਂ ਖਾਸ ਬੇਨਤੀ ਕਰਾਂ ਕਿ ਜਿੰਨੀ ਦੇਰ ਸੰਗਤਾਂ ਦੀ ਆਵਾਜਾਈ ਹੈ ਓਨੀ ਦੇਰ ਹੀ ਗੁਰਦੁਆਰਾ ਸਾਹਿਬ ਖੁੱਲ੍ਹਾ ਰੱਖਿਆ ਜਾਏ। ਜਦੋਂ ਸੰਗਤਾਂ ਦਾ ਆਉਣਾ ਜਾਣਾ ਨਾ ਹੋਵੇ ਤਾਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਸੁਰੱਖਿਆ ਦੇ ਲਈ ਗੁਰਦੁਆਰਾ ਸਾਹਿਬ ਨੂੰ ਲੋਕ ਲਾ ਸਕਦੇ ਹਾਂ, ਜਿੱਥੇ ਕਿਸੇ ਸੇਵਾਦਾਰ ਦਾ ਪ੍ਰਬੰਧ ਨਹੀਂ। ਜੇ ਕੋਈ ਸੇਵਾਦਾਰ ਨਿਗਰਾਨੀ ਵਾਸਤੇ ਨਿਯੁਕਤ ਕੀਤੇ ਜਾਂਦੇ ਨੇ ਤੇ ਬਹੁਤ ਵਧੀਆ ਗੱਲ ਹੈ, ਪਰ ਜੇ ਸੰਗਤਾਂ ਦੀ ਆਵਾਜਾਈ ਨਹੀਂ ਤਾਂ ਗੁਰਦੁਆਰਾ ਸਾਹਿਬ ਨੂੰ ਅਸੀਂ ਲੋਕ ਲਾ ਸਕਦੇ, ਕੁਝ ਸਮੇਂ ਲਈ ਦਿਨ ਦੇ ਸਮੇਂ ਬੰਦ ਕਰ ਸਕਦੇ ਹਾਂ।
ਤਾਂ ਕਿ ਕੋਈ ਸ਼ਰਾਰਤੀ ਆਨਸਰ ਆ ਕੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾ ਕਰੇ। ਤੇ ਬਹੁਤ ਦੁਖਦਾਈ ਗੱਲ ਹੈ, ਜਿਹੜਾ ਵਿਅਕਤੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਦਾ ਹੈ, ਪ੍ਰਸ਼ਾਸਨ ਕਹਿ ਦਿੰਦਾ ਜੀ ਇਹਦੀ ਦਿਮਾਗੀ ਹਾਲਤ ਠੀਕ ਨਹੀਂ ਸੀ, ਕਿਤੇ ਕਹਿ ਦਿੱਤਾ ਜਾਂਦਾ ਜੀ ਇਹ ਨਸ਼ੇੜੀ ਸੀ। ਤੇ ਮੈਂ ਬੇਨਤੀ ਕਰਾਂ, ਜੇ ਕੋਈ ਪਾਗਲ ਹੈ, ਜੇ ਕੋਈ ਨਸ਼ੇੜੀ ਹੈ, ਉਹ ਕਿਸੇ ਖੂਹ ਖਾਤੇ ਡਿੱਗ ਕੇ ਮਰ ਜਾਵੇ, ਗੱਡੀ ਥੱਲੇ ਸਿਰ ਦੇ ਕੇ ਕਿਉਂ ਨਹੀਂ ਮਰਦਾ, ਜਾਂ ਆਪਣੇ ਘਰ ਨੂੰ ਅੱਗ ਕਿਉਂ ਨਹੀਂ ਲਾਉਂਦਾ, ਉਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਿਉਂ ਕਰਦਾ ਹੈ? ਇਹ ਸਾਜ਼ਿਸ਼ ਦੇ ਤਹਿਤ ਇਹ ਸਾਰਾ ਕੁਝ ਕੀਤਾ ਜਾਂਦਾ। ਜਦੋਂ ਕੋਈ ਬੇਅਦਬੀ ਕਰਦਾ, ਬਾਅਦ ਵਿੱਚ ਕਹਿ ਦਿੱਤਾ ਜਾਂਦਾ ਹੈ ਜੀ ਇਹਦਾ ਦਿਮਾਗ ਠੀਕ ਨਹੀਂ ਸੀ, ਇਹ ਪਾਗਲ ਹੈ, ਤਾਂ ਇਹਨੇ ਇਹ ਘਟਨਾ ਕੀਤੀ। ਤੇ ਮੈਂ ਬੇਨਤੀ ਕਰਾਂ, ਜੇ ਪਾਗਲ ਹੈ ਤਾਂ ਆਪਣਾ ਘਰ-ਬਾਰ ਸਾੜ ਦੇਵੇ, ਅੱਗ ਲਾ ਦੇਵੇ, ਪਰ ਉੱਥੇ ਨਹੀਂ, ਕੇਵਲ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰੇਗਾ। ਤੇ ਐਸੇ ਪਾਗਲਾਂ ਨੂੰ ਪ੍ਰਸ਼ਾਸਨ ਦੇ ਹਵਾਲੇ ਕਰਨ ਨਾਲੋਂ ਚੰਗਾ ਹੈ ਕੁੰਭੀ ਨਰਕ ਦੀ ਸਜ਼ਾ ਦਿੱਤੀ ਜਾਏ, ਕਿਉਂਕਿ ਪ੍ਰਸ਼ਾਸਨ ਨੇ 295A ਦਾ ਪਰਚਾ ਕੱਟ ਦਿੱਤਾ ਜੀ। ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਭੜਕਾਈਆਂ ਗਈਆਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਕੇ। ਤੇ ਮੈਂ ਬੇਨਤੀ ਕਰਾਂ, ਸਾਡੀਆਂ ਧਾਰਮਾਂ ਕੇਵਲ ਭੜਕੀਆਂ ਨਹੀਂ, ਭਾਵਨਾਵਾਂ ਦਾ ਕਤਲ ਹੋਇਆ, ਗੁਰੂ ਗ੍ਰੰਥ ਸਾਹਿਬ ਦਾ ਕਤਲ ਹੋਇਆ। ਗੁਰੂ ਗ੍ਰੰਥ ਸਾਹਿਬ ਜੀ ਹਾਜ਼ਰ ਨਾਜ਼ਰ ਸਤਿਗੁਰੂ ਨੇ, ਤੋ ਕਤਲ ਦਾ ਮੁਕੱਦਮਾ ਦਰਜ ਹੋਣਾ ਚਾਹੀਦਾ ਬੇਅਦਬੀ ਕਰਨ ਵਾਲੇ ਤੇ, ਉਹਨੂੰ ਕੁੰਭੀ ਨਰਕ ਦੀ ਸਜ਼ਾ ਮਿਲਣੀ ਚਾਹੀਦੀ ਹੈ। ਜਿਸ ਤਰ੍ਹਾਂ ਦੀ ਸਜ਼ਾ ਛੋਟੇ ਘੱਲੂਘਾਰੇ ਵਾਪਰਨ ਤੋਂ ਬਾਅਦ ਸਿੱਖਾਂ ਨੇ ਜਸਪਤ ਰਾਏ ਨੂੰ ਦਿੱਤੀ ਸੀ, ਜ਼ਮੀਨ ਵਿੱਚ ਇੱਕ ਡੂੰਘਾ ਟੋਆ ਪੁੱਟ ਲਿਆ, ਉਹਦੇ ਉੱਪਰ ਛੱਤ ਪਾ ਕੇ ਵਿੱਚ ਛੋਟਾ ਜਿਹਾ ਮਘੋਰਾ ਰੱਖ ਦਿੱਤਾ, ਜਸਪਤ ਰਾਏ ਨੂੰ ਟੋਏ ਦੇ ਵਿੱਚ ਬਿਠਾਇਆ ਗਿਆ ਅਤੇ ਸਾਰੇ ਸਿੰਘਾਂ ਨੂੰ ਹੁਕਮ ਕੀਤਾ ਕਿ ਜੰਗਲ ਪਾਣੀ ਤੁਸੀਂ ਇਹਦੇ ਉੱਤੇ ਬੈਠਣਾ ਹੈ। ਹੁਣ ਜਦੋਂ ਜੰਗਲ ਪਾਣੀ ਸਿੰਘ ਉਸ ਟੋਏ ਉੱਪਰ ਬੈਠਦੇ, ਗੰਦਗੀ ਨਾਲ ਉਹ ਟੋਆ ਜਿਵੇਂ ਜਿਵੇਂ ਭਰ ਰਿਹਾ ਹੈ, ਉਸ ਕੁੰਭੀ ਨਰਕ ਦੇ ਵਿੱਚ ਜਸਪਤ ਰਾਏ ਦੁਖੀ ਹੁੰਦਾ ਹੈ, ਤਰਲੇ ਲੈਂਦਾ ਹੈ, ਗੁਰੂ ਦਾ ਵਾਸਤਾ ਪਾਉਂਦਾ, ਕਹਿੰਦਾ ਮੈਨੂੰ ਬਾਹਰ ਕੱਢੋ। ਤੇ ਮੈਂ ਬੇਨਤੀ ਕਰਾਂ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਾ ਅਗਰ ਤੁਹਾਡੇ ਹੱਥ ਆ ਜਾਂਦਾ ਹੈ, ਰੌਲਾ ਪਾਉਣ ਦੀ ਲੋੜ ਨਹੀਂ, ਚੁੱਪ ਚਪੀਤੇ ਉਹਨੂੰ ਕਾਬੂ ਕਰ ਲਓ ਤੇ ਕੁੰਭੀ ਨਰਕ ਦੀ ਸਜ਼ਾ ਦਿਓ। ਉਹ ਤਾਂ ਕੀ, ਉਹਦਾ ਪਿਓ ਵੀ ਦੱਸੂਗਾ ਕਿ ਕਿਹੜੇ ਬੰਦੇ ਨੇ ਕਿਸ ਸਾਜ਼ਿਸ਼ ਦੇ ਤਹਿਤ ਉਹਨੂੰ ਇੱਥੇ ਬੇਅਦਬੀ ਕਰਨ ਵਾਸਤੇ ਭੇਜਿਆ ਸੀ। ਤੇ ਬਹੁਤ ਸੁਚੇਤ ਹੋਣ ਦੀ ਲੋੜ ਹੈ। ਐਸੀਆਂ ਜਦੋਂ ਘਟਨਾਵਾਂ ਵਾਪਰਦੀਆਂ ਨੇ, ਬਹੁਤ ਮਨ ਦੁਖੀ ਹੁੰਦਾ ਹੈ, ਹਿਰਦਾ ਦੁਖੀ ਹੁੰਦਾ ਹੈ। ਤੇ ਇਹ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਨੇ, ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਗੁਰੂ ਕਿਰਪਾ ਕਰੇ ਅਸੀਂ ਸਾਰੇ ਸੁਚੇਤ ਹੋਈਏ, ਆਪਣੀਆਂ ਜ਼ਿੰਮੇਵਾਰੀਆਂ ਤੇ ਫਰਜ਼ਾਂ ਨੂੰ ਸਮਝੀਏ। ਉਹ ਲੋਕ ਜਿਹੜੇ ਸਾਜ਼ਿਸ਼ਾਂ ਕਰ ਰਹੇ ਨੇ, ਉਹਨਾਂ ਦਾ ਵੀ ਹੌਲੀ ਹੌਲੀ ਪਾਜ ਉਗੜ ਕੇ ਸਾਹਮਣੇ ਆਏਗਾ। ਪਰ ਸਾਨੂੰ ਬਹੁਤ ਸੁਚੇਤ ਹੋਣ ਦੀ ਲੋੜ ਹੈ। ਆਉਣ ਵਾਲੇ ਸਮੇਂ ਵਿੱਚ ਹੋਰ ਐਸੀਆਂ ਘਟਨਾਵਾਂ ਨਾ ਵਾਪਰਨ, ਇਸ ਵਾਸਤੇ ਸੁਚੇਤ ਹੋਈਏ। ਗੁਰੂ ਕੇ ਚਰਨਾਂ ਵਿੱਚ ਪੰਥ ਦੀ ਚੜ੍ਹਦੀ ਕਲਾ ਦੇ ਲਈ ਅਰਦਾਸ ਕਰੀਏ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਸ਼ੀ ਵਿਚਾਰ ਕਰਦੇ ਆਂ, ਇੱਕ ਨਹੀਂ ਅਨੇਕ ਭੁੱਲਾਂ ਹੋ ਗਈਆਂ, ਹੋਣਗੀਆਂ। ਸਮਰੱਥ ਸਤਿਗੁਰੂ ਅਤੇ ਸੰਗਤ ਬਖਸ਼ਣਯੋਗ ਹੈ। ਬਖਸ਼ ਲੈਣਾ ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। BR Records। प्रभ की शरण